ਪ੍ਰਤੀਕ ਜੀ, ਵਿਧਾਨ ਸਭਾ ਚੁਣਾਵ ਜਿਵੇਂ ਜਿਵੇਂ ਨੇੜੇ ਆ ਰਹੇ ਹੈ, ਲੀਡਰਾਂ ਦਾ ਘੁੰਮਣਾ ਆਮ ਹੋ ਰਿਹਾ। ਤੁਸੀਂ ਵੀ ਇੱਕ ਪ੍ਰਬਲ ਦਾਅਵੇਦਾਰ ਹੋ ਬੀਜੇਪੀ ਦੀ ਟਿਕਟ 'ਤੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ। ਕਿਵੇਂ ਦੇਖਦੇ ਹੋ, ਕਿਵੇਂ ਦੀ ਰਣਨੀਤੀ ਨਾਲ ਪਾਰਟੀ ਇਸ ਪਰ ਮੈਦਾਨ 'ਚ ਉਤਰੇਗੀ? देखो, विधान सभा चुनाव 2022 भारतीय जनता पार्टी का हर कार्यकर्ता बड़े हर्ष और उल्लास नाल ग्राउंड 'ਚ उतर के काम कर रहे, क्योंकि लगभग 26 साल बाद पहली बार भारतीय जनता पार्टी ने 117 विधान सभा अपने बलबूते लड़नी है। और शायद तुहानूं ज्ञात होवे, आज साडे केंद्र नेतृत्व ने भारतीय जनता पार्टी के चुनाव प्रभारी माननीय श्री गजेंद्र सिंह शेखावत जी, जो केंद्र के भारत सरकार दे विच जल संसाधन मंत्री भी ने और सह प्रभारी, और नाल उन्होंने दो होर टोटल 3 सह प्रभारी लाए, मीनाक्षी लेखी जी, विनोद चावड़े जी। तो इस करके साडी पार्टी की लीडरशिप की पूरी तैयारी है। और खास कर अगर आनंदपुर साहब विधान सभा की गल करें तो आनंदपुर साहब विधान सभा 2022 चुनाव दे विच हर वासी, हर वोटर भारतीय जनता पार्टी का समर्थन करेगा। और उसका सब तो बड़ा कारण है, अज 4.5 साल पौने 5 साल कांग्रेस की सरकार में हो गए, पर कांग्रेस की सरकार जो वादे करके 2017 ਦੇ ਵਿੱਚ, ਜਾਂ ਮੈਂ ਕਹਾਂ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ, ਉਹਨਾਂ 'ਚ ਕੋਈ ਇੱਕ ਐਸਾ ਵਾਅਦਾ ਕੋਈ ਮੈਨੂੰ ਗਿਣਾ ਦੇਵੇ ਕਿ ਜਿਹੜਾ ਆ ਕੇ ਕਾਂਗਰਸ ਸਰਕਾਰ ਨੇ ਕੀਤਾ ਹੋਵੇ ਪੂਰਾ। ਔਰ ਖਾਸ ਕਰ ਵਿਧਾਨ ਸਭਾ ਸਪੀਕਰ ਤੇ ਮਾਨਯੋਗ ਰਾਣਾ KP ਸਿੰਘ ਜੀ ਦੀ ਗੱਲ ਕੀਤੀ ਜਾਵੇ, ਜੋ ਸਾਡੇ ਮੌਜੂਦਾ ਵਿਧਾਇਕ ਨੇ, ਉਹਨਾਂ ਵਾਸਤੇ ਤਾਂ ਮੇਰੇ ਕੋਲ ਇੰਨੇ ਕੁ ਮੁੱਦੇ ਨੇ, ਅਗਰ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਨਾਲ ਚਰਚਾ ਕਰਾਂ ਤਾਂ ਸ਼ਾਇਦ ਘੱਟ ਪੈ ਜਾਵੇ ਸਮਾਂ। ਚਾਹੇ ਉਹ ਗੱਲ PACL ਦੀ ਹੋਵੇ, ਚਾਹੇ ਟਰੱਕ ਯੂਨੀਅਨ ਦੀ ਹੋਵੇ, ਚਾਹੇ ਉਹ ਸ਼ਿਵਾਲਿਕ ਐਵਨਿਊ ਦੇ ਅੰਦਰ ਜਿਹੜਾ ਬਣਦਾ ਹੋਇਆ ਫਲਾਈਓਵਰ ਹੋਵੇ। ਮੈਨੂੰ ਯਾਦ ਹੈ ਲਗਭਗ ਸ਼ਾਇਦ ਪਿਛਲੇ ਸਾਲ ਦੀ ਗੱਲ ਹੈ, ਜਦੋਂ ਰਾਣਾ ਜੀ ਨੇ ਕਮਿਟਮੈਂਟ ਕੀਤੀ ਸੀ ਕਿ ਮੈਂ 15 ਕਰੋੜ ਰੁਪਏ ਆਪਣੀ ਪੰਜਾਬ ਸਰਕਾਰ ਤੋਂ ਅਪਰੂਵ ਕਰਾ ਕੇ ਦਾਂਗਾ ਤਾਂ ਕਿ ਇਹ ਫਲਾਈਓਵਰ ਠੀਕ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਅੱਜ ਸ਼ਿਵਾਲਿਕ ਐਵਨਿਊ ਦਾ ਹਰ ਵਾਸੀ ਤਰਾਹੀਮਾਮ ਕਰ ਰਿਹਾ ਹੈ। ਐਕਸੀਡੈਂਟ ਦਾ ਖਤਰਾ ਉੱਥੇ ਵੱਧ ਗਿਆ ਕਿਉਂਕਿ ਨੈਸ਼ਨਲ ਹਾਈਵੇ ਨਾਲ ਅਟੈਚ ਹੁੰਦੀ ਹੋਈ ਸੜਕ ਹੈ। ਪਰ कांग्रेस सरकार उस चीज़ तो भी मुकरी, और खास कर राणा KP सिंह जी उस चीज़ तो मुकरे। नौकरियां का वादा राणा KP सिंह जी की सरकार ने किया सी, घर घर नौकरी देवांगे, वो एक भी नौकरी मैनू बना देन जिहड़ी घर घर दित्ती होवे। हाँ, कुछ चंद लोगों को नौकरी जरूर मिली जिन्होंने वो फार्म भराए सी नौकरियां भराने अपने। कुछ चंद गुरगे गरिंदे, ये शब्द मैं जान के इस करके प्रयोग कर रहा क्योंकि उही लोगों को नौकरियां दित्तियां जिन्हों ने लोगों के घर घर जाके उस वेले फार्म भराए सी कि उन्होंने टारगेट दिता सी भी तुसीं 1000 फार्म भराओगे तो मैं तुहाडे बच्चे को नौकरी देवांगा। ये उन्होंने अपने गुरगिਆਂ ਨੂੰ टारगेट दिता सी, और उन्होंने ही गुरगिਆਂ ਨੂੰ या उन्होंने परिवार के लोगों को, चाहे वो क्रशर हो, चाहे वो होर सरकारी ठेके हो, उन्होंने परिवारों को दिता कि होर किसी का भला नहीं होया, क्योंकि राणा जी को वो टैक्सी कमीशन सब मिलता रहा। इस करके 2022 का चुनाव कांग्रेस के विरुद्ध भारतीय जनता पार्टी इन्हां ਸਾਰੇ ਮੁੱਦਿਆਂ ਨੂੰ ਲੈ ਕੇ ਲੜੇਗੀ। ਤੁਸੀਂ ਕਾਂਗਰਸ ਦੀ ਨਾਕਾਮੀ ਦਾ ਗਿਣਾਤੀਆਂ, ਬੀਜੇਪੀ ਦੇ ਖਿਲਾਫ ਇੱਕ ਬਹੁਤ ਬੜਾ ਅਭਿਆਨ ਚੱਲਿਆ ਵਾ ਜਿਹੜਾ ਕਿਸਾਨਾਂ ਨੇ ਚਲਾਇਆ ਵਾ। ਪ੍ਰਿੰਸ ਜੀ, ਮੈਂ ਤੁਹਾਡੇ ਸ਼ਬਦਾਂ ਨੂੰ ਥੋੜਾ ਜਿਹਾ ਕਰੈਕਟ ਕਰਨਾ ਚਾਹਾਂਗਾ। ਕਿਸਾਨਾਂ ਨੇ ਨਹੀਂ ਹੈ, ਦੇਖੋ ਕਿਸਾਨ ਅੰਦੋਲਨ ਦੇ ਨਾਮ ਤੇ ਕੁਝ ਚੰਦ ਜਥੇਬੰਦੀਆਂ ਦੇ ਨੇਤਰਤਵ ਕਰਦੇ ਹੋਏ ਲੋਕ ਜਿਨ੍ਹਾਂ ਦੀ ਰਾਜਨੀਤਿਕ ਮਹੱਤਵਾਕਾਂक्षा ਹੈ, वो राजनीति ਦੇ ਵਿੱਚ ਆਉਣਾ ਚਾਹੁੰਦੇ, ਆਪਣੀ ਜ਼ਮੀਨ ਤਲਾਸ਼ਣਾ ਚਾਹੁੰਦੇ। ਫਿਰ ਚਾਹੇ ਉਹ ਰਕੇਸ਼ ਟਕੈਤ ਦੀ ਗੱਲ ਹੋਵੇ, ਫਿਰ ਉਹ ਚਾਹੇ ਉਗਰਾਹਾਂ ਦੀ ਗੱਲ ਹੋਵੇ, ਫਿਰ ਉਹ ਚਾਹੇ ਜਲੂਨੀ ਦੀ ਗੱਲ ਹੋਵੇ, ਫਿਰ ਉਹ ਚਾਹੇ ਰਾਜੇਵਾਲ ਦੀ ਗੱਲ ਹੋਵੇ। ਇਹ ਸਾਰੇ ਲੋਕ ਆਲਰੇਡੀ ਪਿਛਲੇ ਕੋਈ MP ਦਾ ਚੁਣਾਵ ਲੜ ਚੁੱਕਿਆ ਹੈ, ਕੋਈ ਵਿਧਾਨ ਸਭਾ ਦਾ ਚੁਣਾਵ ਲੜ ਚੁੱਕਿਆ, ਔਰ ਸਾਰੇ ਦੀ ਜ਼ਮਾਨਤ ਜ਼ਬਤ ਹੋਈ ਹੈ। ਅੱਜ ਇਹਨਾਂ ਨੂੰ ਕਿਸਾਨ ਦਾ ਮੋਢਾ ਲੱਭ ਗਿਆ, ਉਹਦੇ ਮੋਢੇ ਤੇ ਬੰਦੂਕ ਰੱਖ ਕੇ ਇਹ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਆ। ਤੁਹਾਨੂੰ ਯਾਦ ਹੋਏਗਾ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਜਾਂ ਕਾਰਿਆਕਰਤਾ ਕਹਿੰਦੇ ਸੀ ਕਿ ਇਹ ਕਿਸਾਨ ਅੰਦੋਲਨ ਨਹੀਂ ਹੈ, ਇਹ ਸਿਰਫ ਔਰ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਹੈ। ਅੱਜ ਤੁਹਾਨੂੰ ਉੱਥੇ ਖਾਲਿਸਤਾਨੀ ਮੂਵਮੈਂਟ ਦੇ ਲੋਕ ਮਿਲਣਗੇ, ਅੱਜ ਤੁਹਾਨੂੰ ਉੱਥੇ ਕਾਮਰੇਡਸ ਮਿਲਣਗੇ, ਅੱਜ ਤੁਹਾਨੂੰ ਉੱਥੇ ਹੋਰ ਐਸੇ ਐਂਟੀ ਐਲੀਮੈਂਟਸ ਮਿਲਣਗੇ ਜਿਹੜੇ ਦੇਸ਼ ਦਾ ਵਿਨਾਸ਼ ਚਾਹੁੰਦੇ ਨੇ। ਮੈਂ ਪੁੱਛਣਾ ਚਾਹੁੰਦਾ, और मैं अपनी सरकार ਨੂੰ भी बेनती करा, केंद्र सरकार ਨੂੰ, कि इन्हां कोल फंडिंग कित्थों आ रही है, इसकी जांच करवाई जाए, क्योंकि जिथे तक साडी नॉलेज कहती है चीन और पाकिस्तान के लोग या कैनेडा के जिहड़े खालिस्तानी लोग ने इन्हां नूं फंडिंग कर रहे हैं। तो किसान अंदोलन के नाम से सिर्फ और सिर्फ किसानों को भरमा के उत्थे ले जाया गया, लेकिन अज लगभग 8 महीने 10 महीने बाद कि जिहड़े आम किसान है उन्होंने भी गल समझ आ गई है कि सानूं सिर्फ इस्तेमाल किया जा रहा है।
ਜਦੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਹਿੰਦੀ ਸੀਗੀ ਕਿ ਕਿਸਾਨ ਨਹੀਂ ਹੈ, ਕਿਸਾਨਾਂ ਦੇ ਭੇਸ ਵਿੱਚ ਗੁੰਡੇ ਨੇ ਜਿਹੜੇ ਸਾਡੇ ਐਮਐਲਏ ਨੂੰ ਅਬੂਰ ਦੇ ਵਿੱਚ ਕਾਂਡ ਹੋਇਆ ਜਾਂ ਮਲੋਟ ਦੇ ਵਿੱਚ ਕਾਂਡ ਹੋਇਆ ਜਾਂ ਸਾਡਾ ਦਫ਼ਤਰ ਫੂਕਿਆਗਾ ਬਠਿੰਡੇ ਦੇ ਅੰਦਰ, ਉਦੋਂ ਸਾਰੀ ਪਾਰਟੀਆਂ ਕਹਿੰਦੀਆਂ ਸੀ ਕਿ ਇਹ ਕਿਸਾਨ ਹੈ। ਆ ਪਰਸੋਂ ਤੁਸੀਂ ਬਿਆਨ ਸੁਣਿਆ ਹੋਣਾ ਸੁਖਬੀਰ ਸਿੰਘ ਬਾਦਲ ਜੀ ਦਾ। ਸੁਖਬੀਰ ਸਿੰਘ ਬਾਦਲ ਜੀ ਕਹਿੰਦੇ ਕਿ ਇਹ ਕਿਸਾਨ ਨਹੀਂ ਗੁੰਡੇ ਨੇ। ਤਾਂ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਦ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਾਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਇਹ ਗੱਲ ਕਹਿੰਦਾ ਸੀ, ਉਦੋਂ ਇਹ ਕਹਿੰਦੇ ਸੀ ਨਹੀਂ ਅਸੀਂ ਗਲਤ ਆ, ਪਰ ਅੱਜ ਇਹ ਉਹੀ ਭਾਸ਼ਾ ਬੋਲ ਰਹੇ ਨੇ। ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਆਉਣ ਵਾਲੇ 2022 ਦੇ ਵਿਧਾਨ ਸਭਾ ਚੁਣਾਵਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਪਰਚਮ ਲਹਿਰਾਏਗੀ। ਪਰ ਤੁਹਾਨੂੰ ਨਹੀਂ ਲੱਗਦਾ ਕਿਸਾਨ ਜਿਵੇਂ ਸਾਰੇ ਬੈਠੇ ਆ, ਮੇਰੀ ਵਰਡ ਤੁਸੀਂ ਕਹਿ ਰਹੇ ਹੋ ਚੇਂਜ ਗਲਤ ਕਰ ਰਿਹਾ ਮੈਂ, ਪਰ ਚਲੋ ਮੈਂ ਗਲਤ ਹੀ ਲੈਣਾ ਇਹਨਾਂ ਨੂੰ। ਕਿਸਾਨ ਬੈਠੇ ਆ ਧਰਨੇ ਤੇ, ਇੱਕ ਬਹੁਤ ਬੜਾ ਜਨਸਮੂਹ ਬੈਠਿਆ ਹੈ, ਉਹਦੇ ਬਾਵਜੂਦ ਤੁਸੀਂ ਚੁਣਾਵ ਜਿੱਤਣ ਦੀ ਗੱਲ ਕਰ ਰਹੇ ਹੋ। ਜੇ ਉਹ ਇਕੱਲੇ ਤੁਹਾਡੇ ਵਿਰੋਧ ਹੀ ਕਰਨ ਲੱਗ ਪਏ ਤਾਂ ਤੁਹਾਡੇ ਵਾਸਤੇ ਔਖਾ ਨਹੀਂ ਹੋਊਗਾ ਤੁਹਾਨੂੰ ਲੱਗਦਾ? ਦੇਖੋ ਬੜੀ ਸਿੰਪਲ ਜੀ ਗੱਲ ਹੈ। ਪਿਛਲੀ ਫਸਲ ਦਾ ਕਣਕ ਦਾ ਪੈਸਾ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਗਿਆ, ਜਿਸ ਤੋਂ ਲੋਕ ਮਾਨਨੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੀਤੀ ਤੋਂ ਔਰ ਉਹਨਾਂ ਦੀ ਨੀਅਤ ਤੋਂ ਸਾਰੀ ਚੀਜ਼ ਸਮਝਦੇ ਨੇ ਕਿ ਉਹਨਾਂ ਦੀ ਨੀਅਤ ਔਰ ਨੀਤੀ ਬਹੁਤ ਸਾਫ਼ ਹੈ, ਕਿਸਾਨਾਂ ਦੀ ਫੇਵਰ ਦੇ ਵਿੱਚ ਉਹ ਨੀਤੀ ਹੈ। ਇਸ ਕਰਕੇ ਔਰ ਅਗਰ ਤੁਸੀਂ ਸਮੀਕਰਨ ਦੀ ਗੱਲ ਕਰੋ ਤਾਂ ਪੰਜਾਬ ਦੇ ਅੰਦਰ ਲਗਭਗ ਟੋਟਲ 40 ਲੱਖ ਪਰਿਵਾਰ ਹੈ, ਪੌਣੇ 3 ਕਰੋੜ ਦੇ ਆਸ-ਪਾਸ ਦੀ ਜਨਸੰਖਿਆ ਹੈ। ਤਾਂ 40 ਲੱਖ ਪਰਿਵਾਰਾਂ ਚੋਂ ਲਗਭਗ 10 ਲੱਖ ਕਿਸਾਨ ਪਰਿਵਾਰ ਨੇ। ਤਾਂ 10 ਲੱਖ ਕਿਸਾਨ ਪਰਿਵਾਰਾਂ ਵਿੱਚੋਂ ਜਿਹੜੇ ਛੋਟੇ ਕਿਸਾਨ ਨੇ, ਅਗਰ ਮੈਂ ਗੱਲ ਕਰਾਂ ਜੋ 2 ਏਕੜ 5 ਏਕੜ 10 ਏਕੜ ਵਾਲੇ ਭੂਮੀ ਦੇ ਕਿਸਾਨ ਨੇ, ਉਹ ਕਿਸਾਨਾਂ 'ਚ ਬਹੁਤ ਖੁਸ਼ ਹੈ ਕਿਉਂਕਿ ਉਹਦੇ ਅਕਾਊਂਟ 'ਚ ਪੈਸਾ ਜਾ ਰਿਹਾ ਹੈ। ਇਹ ਜਿਨ੍ਹਾਂ ਦੀ ਕੋਈ 1000 ਕਰੋੜ ਜਾਂ 200 ਕਰੋੜ ਦੀ ਜ਼ਮੀਨ ਹੈ, ਉਹ ਲੋਕ ਦੁਖੀ ਹੋ ਰਹੇ ਨੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਆੜਤ ਚੱਲਦੀਆਂ, ਉਹਨਾਂ ਦੇ ਆਪਣੇ ਹੋਰ ਫੰਡਿੰਗ ਦੇ ਕੰਮ ਚੱਲਦੇ, ਬਲੈਕ ਦਾ ਪੈਸਾ ਵਾਈਟ ਔਰ ਵਾਈਟ ਦਾ ਪੈਸਾ ਬਲੈਕ ਕਰਨ ਦੇ, ਸਿਰਫ ਇਹਨਾਂ ਤਰੀਕਿਆਂ ਨਾਲ। ਇਸ ਕਰਕੇ ਉਹ ਦੁਖੀ ਨੇ। ਔਰ ਤੁਸੀਂ ਗੱਲ ਦੱਸੋ, ਆ ਲੁਧਿਆਣੇ ਦੇ ਅੰਦਰ ਸ਼ੈਲੋ ਬੰਦ ਹੋਇਆ, ਲੁਧਿਆਣੇ ਦੇ ਅੰਦਰ ਅਡਾਨੀ ਨੇ ਆਪਣਾ ਇੱਕ ਲੌਜਿਸਟਿਕ ਪਾਰਕ ਬੰਦ ਕੀਤਾ, 700 ਨੌਜਵਾਨਾਂ ਨੂੰ, ਲਗਭਗ 3500 ਲੋਕ ਉਸ ਤੋਂ ਪ੍ਰਭਾਵਿਤ ਹੋਏ ਨੇ ਔਰ 700 ਡਾਇਰੈਕਟ ਜਿਹੜੇ ਲੋਕ ਸੀ ਉਹਨਾਂ ਦੀ ਨੌਕਰੀ ਗਈ ਹੈ, ਜਿਹਦੇ ਵਿੱਚ ਇੱਕ ਬੰਦੇ ਦੀ ਤਨਖਾਹ ਸਟਾਰਟਿੰਗ ਫਰੋਮ 15,000 ਤੋਂ 20,000 ਤੋਂ ਲੈ ਕੇ 4.5 ਲੱਖ ਰੁਪਏ ਮਹੀਨੇ ਦੀ ਤਨਖਾਹ ਸੀਗੀ। ਤੁਸੀਂ ਇਹ ਦੱਸੋ ਉਹ ਨੌਜਵਾਨਾਂ ਦਾ ਕੀ ਕਸੂਰ ਸੀ? ਉਹੀ ਨੌਜਵਾਨ ਜਿਨ੍ਹਾਂ ਦੇ ਘਰ ਦੇ ਜਾਂ ਜਿਨ੍ਹਾਂ ਦੇ ਹੋਰ ਰਿਸ਼ਤੇਦਾਰ ਕਿਸਾਨੀ ਅੰਦੋਲਨ ਦੇ ਵਿੱਚ, ਉਹ ਅੱਜ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਕਿਸਾਨ ਅੰਦੋਲਨ ਕਰਕੇ ਦੇਸ਼ ਨੂੰ ਬਰਬਾਦ ਕਿਉਂ ਕਰ ਰਹੇ ਹੋ। ਔਰ ਮੈਂ ਅੱਜ ਲਿਖ ਕੇ ਦਿੰਦਾ ਤੁਹਾਨੂੰ ਮੈਂ ਕਿ ਇਹ ਕਿਸਾਨੀ ਅੰਦੋਲਨ ਨਹੀਂ, ਇਹ ਰਾਜਨੀਤੀ ਤੋਂ ਪ੍ਰੇਰਿਤ ਦੇਸ਼ ਦੇ ਵਿਰੁੱਧ ਜਿਹੜੀਆਂ ਤਾਕਤਾਂ ਨੇ ਲੱਗੀਆਂ ਹੋਈਆਂ, ਇਹ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਕਿਸਾਨੀ ਅੰਦੋਲਨ ਦੇ ਨਾਮ ਤੇ ਕੰਮ ਕਰ ਰਹੇ ਨੇ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਦੇ ਹਾਲਾਤ ਹੋਰ ਬੁਰੇ ਹੋਣ ਵਾਲੇ ਨੇ, ਕਿਉਂਕਿ ਜਿਸ ਹਿਸਾਬ ਨਾਲ ਪੰਜਾਬ 'ਚੋਂ ਇੰਡਸਟਰੀ ਜਾ ਰਹੀ ਹੈ, ਜਿਸ ਹਿਸਾਬ ਨਾਲ ਪੰਜਾਬ 'ਚੋਂ ਲੋਕ ਜਾ ਰਹੇ ਨੇ, ਸਾਡਾ ਨੌਜਵਾਨ ਬਾਹਰ ਜਾ ਰਿਹਾ ਹੈ, ਕਿਤੇ ਵੀ ਸਾਡੇ ਕੋਲ ਕੰਮ ਕਰਨ ਵਾਲੇ ਲੋਕ ਨਹੀਂ ਬਚਣੇ, ਸਾਡੇ ਕੋਲ ਇੰਡਸਟਰੀ ਨਹੀਂ ਬਚਣੀ। ਤਾਂ ਅਗਰ ਕਿਸੇ ਵੀ ਪ੍ਰਦੇਸ਼ ਦੀ ਜਿਹੜੀ ਇਕਨੋਮੀ ਹੈ ਉਹ ਇੰਡਸਟਰੀ ਤੇ ਨਿਰਭਰ ਕਰਦੀ ਹੈ, ਉਹ ਯੁਵਾ ਤੇ ਨਿਰਭਰ ਕਰਦੀ ਹੈ। ਜਦ ਯੁਵਾ ਨਹੀਂ ਰਹੇਗਾ ਔਰ ਇੰਡਸਟਰੀ ਨਹੀਂ ਰਹੇਗੀ ਤਾਂ ਸਾਡਾ ਪੂਰਾ ਇਨਫਰਾਸਟ੍ਰਕਚਰ ਪੰਜਾਬ ਦਾ ਖਤਮ ਹੋ ਜਾਏਗਾ ਔਰ ਪੰਜਾਬ ਦੀ ਇਕਨੋਮੀ ਡਗਮਗਾ ਜਾਏਗੀ। ਅੱਜ 3.5 ਲੱਖ ਦੇ ਆਸ-ਪਾਸ ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਉੱਪਰ। ਜਦੋਂ 2017 ਵਿੱਚ ਸਰਕਾਰ ਛੱਡੀ ਸੀ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੇ, ਤਾਂ ਲਗਭਗ 1.25 ਲੱਖ ਕਰੋੜ ਦਾ ਕਰਜ਼ਾ ਸੀ। ਮੈਂ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਖਾਸ ਕਰਕੇ ਮੌਜੂਦਾ ਵਿਧਾਇਕ ਰਾਣਾ KP ਸਿੰਘ ਜੀ ਨੂੰ ਕਿ ਤੁਸੀਂ ਮੈਨੂੰ ਇੱਕ ਵੀ ਇਦਾਂ ਦੀ ਚੀਜ਼ ਗਿਣਾਓ ਜਿਹੜੀ ਤੁਸੀਂ ਆਪਣੀ ਅਨੰਦਪੁਰ ਸਾਹਿਬ ਕਨਸਟੀਚੁਐਂਸੀ ਲਈ ਪੰਜਾਬ ਸਰਕਾਰ ਤੋਂ, ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ, ਪੰਜਾਬ ਸਰਕਾਰ ਤੋਂ ਕੋਈ ਇੱਕ ਨਵਾਂ ਪੈਸਾ ਤੁਸੀਂ ਇਸ ਕਨਸਟੀਚੁਐਂਸੀ ਵਾਸਤੇ ਲੈ ਕੇ ਆਏ ਹੋਵੇ। ਪ੍ਰਧਾਨ ਮੰਤਰੀ ਮਾਨनीय ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿੰਡ ਪੈਸਾ ਭੇਜਿਆ ਉਹਨਾਂ ਦੇ ਡਾਇਰੈਕਟ ਅਕਾਊਂਟਾਂ ਵਿੱਚ, 14ਵੇਂ 13ਵੇਂ ਔਰ 15ਵੇਂ ਵਿੱਤ ਕਮਿਸ਼ਨ ਦਾ। ਲਗਭਗ ਅਗਰ ਐਵਰੇਜ ਲਾਈ ਜਾਵੇ ਤਾਂ ਹਰ ਪਿੰਡ ਨੂੰ ਘੱਟੋ ਘੱਟ ਵੀ 1 ਕਰੋੜ ਦੇ ਆਸ-ਪਾਸ ਪੈਸਾ ਮਿਲਿਆ ਹੈ। ਔਰ ਰਾਣਾ ਜੀ ਉਹਦੇ ਫੀਤੇ ਕੱਟ ਰਹੇ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਉਹਦੇ ਫੀਤੇ ਕੱਟ ਨੇ, ਹੋਰ ਕਾਂਗਰਸ ਦੇ ਵਿਧਾਇਕ ਆਪਣੇ ਖੇਤਰਾਂ ਜਾ ਕੇ ਉਹਨਾਂ ਦੇ ਫੀਤੇ ਕੱਟ ਰਹੇ ਨੇ। ਪਰ ਮੈਂ ਕਹਿੰਦਾ ਅੱਛੀ ਗੱਲ ਸੀ ਉਹ ਫੀਤੇ ਕੱਟੋ, ਲੇਕਿਨ ਘੱਟੋ ਘੱਟ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਫੋਟੋ ਤਾਂ ਲਾ ਲਓ, ਕਿਉਂਕਿ ਉਹ ਪੈਸਾ ਕੇਂਦਰ ਦੀ ਸਰਕਾਰ ਨੇ ਭੇਜਿਆ ਹੈ। ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਪੈਸਾ ਵੀ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਪਿੰਡਾਂ ਲਈ ਜਾਂ ਪੰਜਾਬ ਦੀ ਯੁਵਾ ਲਈ ਨਹੀਂ ਖਰਚਿਆ। ਕੋਈ ਮੈਨੂੰ ਇੱਕ ਕੰਮ ਏਦਾਂ ਦਾ ਗਣਾ ਦੇਵੇ ਰਾਣਾ KP ਸਿੰਘ, ਮੈਂ ਵਾਅਦਾ ਕਰਦਾ ਸਾਹਮਣੇ ਬੈਠਣ ਤਿਆਰ ਹਾਂ ਰਾਣਾ KP ਸਿੰਘ ਦੇ ਆਮਣੇ ਸਾਹਮਣੇ ਡਿਬੇਟ ਕਰਵਾ, ਮੈਨੂੰ ਦੱਸਣ ਕਿ ਮੈਂ ਇਹ ਕੰਮ ਅਨੰਦਪੁਰ ਸਾਹਿਬ ਕਨਸਟੀਚੁਐਂਸੀ ਵਾਸਤੇ ਕੀਤਾ ਹੈ, ਇਹ ਭਲਾ ਮੈਂ ਅਨੰਦਪੁਰ ਸਾਹਿਬ ਕਨਸਟੀਚੁਐਂਸੀ ਦਾ ਕੀਤਾ। ਏਦਾਂ ਦਾ ਕੋਈ ਕੰਮ ਗਿਣਾਉਣ ਵਾਲਾ ਰਾਣਾ ਜੀ ਕੋਲ ਨਹੀਂ ਹੈ। ਹਾਂ, ਗਿਣਾਉਣ ਵਾਲੇ ਜਿਹੜੇ ਕੰਮ ਨੇ ਉਹਨਾਂ ਦੇ ਰੋਜ਼ 200 ਉਹਨਾਂ ਦੇ ਟਿੱਪਰ ਨਿਕਲਦੇ ਨੇ ਕਰਪਸ਼ਨ ਦੇ ਭਰ ਕੇ। ਔਰ ਜਦੋਂ 2017 ਦੇ ਮੈਂ ਉਹਨਾਂ ਦੇ ਕੁਝ ਵੀਡੀਓ ਦੇਖ ਰਿਹਾ ਸੀ ਪਿੱਛੇ, 2017 ਦੇ ਚੁਣਾਵ ਦੇ ਵੇਲੇ ਉਹ ਕਹਿੰਦੇ ਸੀ ਮੈਂ ਘਰ ਨੌਕਰੀ ਦੇਵਾਂਗਾ, ਮੈਂ ਕੋਈ ਨੌਜਵਾਨ ਖਾਲੀ ਨਹੀਂ ਰਹਿਣ ਦੇਵਾਂਗਾ। ਉਹਨਾਂ ਨੇ ਕੋਈ ਨੌਜਵਾਨ ਖਾਲੀ ਨਹੀਂ ਰਹਿੰਦਾ, ਸਭ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਤਾ। ਅੱਜ ਜਿਹੜਾ ਚਿੱਟਾ ਵਿਕ ਰਿਹਾ, ਅੱਜ ਜਿਹੜੇ ਹੋਰ ਨਸ਼ੇ ਵਿਕ ਰਹੇ ਅਨੰਦਪੁਰ ਸਾਹਿਬ ਕਨਸਟੀਚੁਐਂਸੀ ਦੇ ਵਿੱਚ, ਉਹ ਰਾਣਾ KP ਸਿੰਘ ਦੇ ਗੁਰਗੇ ਵੇਚ ਰਹੇ ਨੇ। ਔਰ
ਖਾਸ ਕਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਕਿ ਲਗਭਗ 4.5 ਮਹੀਨੇ ਬਚੇ ਨੇ ਸਰਕਾਰ ਦੇ ਔਰ ਚੋਣ ਜਾਬਤਾ ਲੱਗ ਜਾਣਾ ਹੈ। ਉਸ ਤੋਂ ਬਾਅਦ ਰਾਣਾ ਕੇਪੀ ਸਿੰਘ ਨੇ ਤੁਹਾਡੀ ਹਿਫਾਜ਼ਤ ਨਹੀਂ ਕਰਨੀ। ਇਸ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੇ ਪੰਜਾਬ ਸਰਕਾਰ ਦੇ ਨੇ, ਮੇਰੀ ਬੇਨਤੀ ਹੈ ਔਰ ਖਾਸ ਕਰ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਕਠਪੁਤਲੀ ਬਣ ਕੇ ਕੰਮ ਨਾ ਕਰੋ। ਜਿਸ ਦਿਨ ਸਰਕਾਰ ਬਦਲੀ, ਇੱਕ ਇੱਕ ਪੈਸੇ ਦਾ, ਇੱਕ ਇੱਕ ਭ੍ਰਿਸ਼ਟਾਚਾਰ ਦਾ ਔਰ ਇੱਕ ਇੱਕ ਕੀਤੇ ਹੋਏ ਗਲਤ ਕੰਮ ਦਾ ਤੁਹਾਡਾ ਹਿਸਾਬ ਲਿਆ ਜਾਏਗਾ ਔਰ ਤੁਹਾਨੂੰ ਯਾਦ ਕਰਾਇਆ ਜਾਏਗਾ ਕਿ ਤੁਸੀਂ ਉਸ ਸਰਕਾਰ 'ਚ ਕੀ ਕੰਮ ਕੀਤੇ ਸੀ। ਪ੍ਰਤੀਕ ਜੀ, ਇਹ ਤੁਸੀਂ ਗੱਲਾਂ ਕਰਤੀਆਂ, ਕਮੀਆਂ ਗਿਣਾਤੀਆਂ ਕਾਂਗਰਸ ਦੀਆਂ, ਕਿਸਾਨ ਅੰਦੋਲਨ ਨੂੰ ਸੀ ਕਹਿਤਾ ਜੋ ਕਹਿਣਾ ਸੀ, ਪਰ ਬੀਜੇਪੀ ਦਾ ਸਟੈਂਡ ਕਿਤੇ ਸਮਝ ਨਹੀਂ ਆਇਆ ਪਿਛਲੇ ਪੂਰੇ 4 ਸਾਲਾਂ 'ਚ, ਕਿਉਂਕਿ ਪੀਐਸਐਲ ਦਾ ਮੁੱਦਾ ਸੀ ਗਿਣਾਇਆ, ਤੁਸੀਂ ਟਰੱਕ ਯੂਨੀਅਨ ਦਾ ਮੁੱਦਾ ਗਿਣਾਇਆ। ਇਹਨਾਂ ਮੁੱਦਿਆਂ 'ਚ ਬੀਜੇਪੀ ਦਾ ਸਟੈਂਡ ਕੀ ਸੀ, ਕਿਉਂਕਿ ਕਦੀ ਦਿਖੀ ਨਹੀਂ ਬੀਜੇਪੀ ਕਿਤੇ ਕਿਸੇ ਉਸ ਨੇ। प्रेस जी माफी चाहूंगा। देखो बीजेपी का स्टैंड बहुत क्लीयर सी। बीजेपी ट्रक यूनियन के ट्रक ऑपरेटर नाल हमेशा खड़ी रही। अगर मैं तुहानू याद दिलावां, मेरी पिछे भी एक पत्रकार ने जो गल होई, उन्होंने मैंने सवाल पूछा सी, मैं दस्सिया सी स्पैसिफिकली साडे जिला प्रधान मानयोग जतिंदर सिंह अटवाल जी, मेरे नंगल मंडल के प्रधान मानयोग राजेश चौधरी जी और मैं खुद, असी ट्रक ऑपरेटरों को लैके चंडीगढ़ भारतीय जनता पार्टी के प्रदेश प्रधान नाल मिलान गए सी। असीं उन्हां दा मैमोरेंडम भी दिता, बकायदा नाल दी नाल ਅਸੀਂ ਉਹਨਾਂ ਦੀ ਕਾਨੂੰਨੀ ਕਾਰਵਾਈ ਲਈ ਜੋ ਮਦਦ ਕਰ ਸਕਦੇ ਸੀ ਉਹ ਵੀ ਕੀਤੀ। ਪੀਏਸੀਐਲ ਵਾਸਤੇ ਜੋ ਮੁੱਦਾ ਸੀ, ਪੀਏਸੀਐਲ ਦੀ ਫੈਕਟਰੀ ਵਾਸਤੇ ਸਪੈਸੀਫਿਕਲੀ ਇਹਦੀ ਪੀਆਈ ਦਾਖਲ ਕੀਤੀ ਗਈ, ਲੇਕਿਨ ਕਾਨੂੰਨੀ ਪ੍ਰਕਿਰਿਆ ਦਾ ਜੋ ਸਮਾਂ ਹੈ ਉਹ ਹਮੇਸ਼ਾ ਆਪਣੇ ਅਨੁਸਾਰ ਹੋਣਾ, ਉਹ ਸਾਡੇ ਅਨੁਸਾਰ, ਮੇਰੇ ਕਿਸੇ ਵਿਅਕਤੀ ਵਿਸ਼ੇਸ਼ ਤੇ ਜਾਂ ਕਿਸੇ ਵਿਅਕਤੀ ਸਮੁਦਾਇ ਦੇ ਅਨੁਸਾਰ ਨਹੀਂ ਹੋ ਸਕਦਾ। ਇਸ ਕਰਕੇ ਉਹ ਸਿਰਫ ਉਸ ਚੀਜ਼ ਵੱਲ ਅੱਗੇ ਵਧ ਰਿਹਾ ਹੈ। ਦੇਖੋ, ਪੀਐਸਐਲ ਦੀ ਫੈਕਟਰੀ ਵਿਕਣ ਦਾ ਰੌਲਾ ਬਹੁਤ ਪਹਿਲਾਂ ਦਾ ਪੈ ਰਿਹਾ ਸੀ, ਪਰ ਜਦੋਂ ਵਿਕ ਗਈ ਉਹਦੇ ਬਾਅਦ ਪੀਆਈਐਲ ਫਾਈਲ ਹੋਈ, ਉਹਦੇ ਬਾਅਦ ਇੱਕ ਦਿਨ ਦਾ ਧਰਨਾ ਵੀ ਦਿੱਤਾ ਗਿਆ ਬਿਜਲੀਵਾਲ ਤੇ। ਉਸ ਲੜਾਈ ਨੂੰ ਲਗਾਤਾਰ ਪਹਿਲਾਂ ਕਦੇ ਨਹੀਂ ਸ਼ੁਰੂ ਕੀਤਾ ਗਿਆ ਤਾਂ ਕਿ ਵਿਕਣ ਤੋਂ ਰੋਕਿਆ ਜਾ ਸਕਦਾ। ਜੀ ਦੇਖੋ, ਇੱਕ ਗੱਲ ਦੱਸੋ ਮੈਨੂੰ, ਲੋਕ ਕਹਿੰਦੇ ਚੋਰ ਆ ਗਿਆ, ਚੋਰ ਆ ਗਿਆ, ਚੋਰ ਆ ਗਿਆ। ਜਦ ਤੱਕ ਚੋਰ ਦੀ ਚੋਰੀ ਦਾ ਸਬੂਤ ਨਹੀਂ ਹੋਣਾ ਤਾਂ ਤਦ ਤੱਕ ਅਸੀਂ ਕਿੱਦਾਂ ਕੰਪਲੇਂਟ ਕਰ ਦੇਣੀ ਉਹਦੀ। ਜਦੋਂ ਪੀਐਸਐਲ ਵਿਕ ਗਈ ਤਾਂ ਹੀ ਤਾਂ ਰਾਣਾ ਜੀ ਦਾ ਪਤਾ ਲੱਗਿਆ ਕਿ ਰਾਣਾ ਜੀ ਨੇ ਉਹ ਵਿਕਵਾਈ ਹੈ ਔਰ ਰਾਣਾ ਜੀ ਦੇ ਕੁਝ ਚੁਣੰਦ ਖਾਸ ਲੋਕ ਹੈ ਜਿਨ੍ਹਾਂ ਨੇ ਉਹ ਖਰੀਦੀ ਹੈ। ਜਦ ਉਹਨਾਂ ਦੀ ਚੋਰੀ ਦਾ ਭਾਂਡਾ ਫਾਸ਼ ਹੋਇਆ, ਉਸ ਤੋਂ ਬਾਅਦ ਹੀ ਤਾਂ ਕੰਪਲੇਂਟ ਕਰ ਸਕਦਾ ਸੀ ਨਾ ਕੋਈ ਵੀ ਭਾਰਤੀ ਜਨਤਾ ਪਾਰਟੀ ਜਾਂ ਕੋਈ ਵੀ ਆਮ ਨਾਗਰਿਕ। ਜਦ ਭਾਰਤੀ ਜਨਤਾ ਪਾਰਟੀ ਕੋਲੇ ਮੁੱਦਾ ਗਿਆ, ਕਿਉਂਕਿ ਰਾਣਾ ਜੀ ਔਰ ਮਨੋਜ ਤਿਵਾੜੀ ਜਿਹੜੇ ਇੱਥੋਂ ਦੇ ਸੰਸਦ ਨੇ, ਉਹ ਇਹ ਕਹਿੰਦੇ ਸੀ ਮੈਂ ਵਿਕਣ ਨਹੀਂ ਦਿਆਂਗਾ। ਮਨੀਸ਼ ਤਿਵਾੜੀ ਜੀ, ਮਾਫੀ ਚਾਹਾਂਗਾ, ਮਨੀਸ਼ ਤਿਵਾੜੀ ਜੀ ਕਹਿੰਦੇ ਸੀ ਮੈਂ ਵਿਕਣ ਨਹੀਂ ਦਿਆਂਗਾ, ਪਰ ਉਹ ਜਦੋਂ ਵਿਕ ਗਈ, ਕਿਉਂਕਿ ਸਾਨੂੰ ਵੀ ਲੱਗਦਾ ਸੀ ਕਿ ਸ਼ਾਇਦ ਸੰਸਦ ਨੇ, ਸ਼ਾਇਦ ਸਾਡੇ ਐਮਐਲਏ ਨੇ, ਮੌਜੂਦਾ ਸਪੀਕਰ ਵੀ ਨੇ, ਕਿ ਹੋ ਸਕਦਾ ਕਿ ਨਾ ਵਿਕਣ ਦੇਣ, ਲੋਕਾਂ ਦਾ ਭਲਾ ਕਰ ਦੇਣ, ਕਿਉਂਕਿ ਸਾਨੂੰ ਵੀ ਇੱਕ ਆਸਾ ਸੀ। ਪਰ ਹਕੀਕਤ ਇਹ ਹੈ ਕਿ ਇਹਨਾਂ ਨੇ ਇਹ ਕਹਿੰਦੇ ਕਹਿੰਦੇ ਅੰਦਰ ਹੀ ਅੰਦਰ ਇੰਨਾ ਕੁਝ ਵੇਚ ਦਿੱਤਾ ਕਿ ਕਿਸੇ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਣ ਦਿੱਤੀ। ਲੇਕਿਨ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਡੈਫੀਨਿਟਲੀ ਟਰੱਕ ਯੂਨੀਅਨ ਨਾਲ ਨੇ ਖੜੇ ਹੋਏ, ਪੀਐਸਸੀਐਲ ਦੇ ਮੁਲਾਜ਼ਮਾਂ ਨਾਲ ਵੀ ਖੜੇ ਹੋਏ, ਧਰਨਾ ਵੀ ਦਿੱਤਾ, ਪੀਐਲ ਵੀ ਫਾਈਲ ਕੀਤੀ, ਹੋਰ ਜੋ ਵੀ ਹੋ ਸਕਦਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਦੀ ਰੋਪੜ ਜ਼ਿਲ੍ਹੇ ਦੀ ਪੂਰੀ ਟੀਮ ਨੇ ਪ੍ਰਦੇਸ਼ ਨੇਤਰ ਦੇ ਧਿਆਨ 'ਚ ਲਿਆ ਕੇ ਸਾਰਾ ਕੰਮ ਕੀਤਾ। ਹੁਣ 2022 ਦੇ ਇਲੈਕਸ਼ਨ ਸਾਹਮਣੇ ਗਏ, ਹੁਣ ਤੁਸੀਂ ਕਿਵੇਂ ਇਸ ਲੜਾਈ ਨੂੰ, ਤੁਸੀਂ ਵੀ ਦਾਅਵੇਦਾਰ ਹੋ, ਤੇ क्या पार्टी एकजुट होकर इलेक्शन लड़ूगी या सिर्फ टिकट की लड़ाई टिकर? देखो प्रिंस जी, भारतीय जनता पार्टी का प्रत्येक कार्यकर्ता, क्योंकि हर कार्यकर्ता की एक महत्वाकांक्षा होती है, तो हर कार्यकर्ता का अधिकार है, वो चाहे तो पार्टी तो अपनी टिकट मांग सकता है, चाहे वो एमसी चुनाव हो, चाहे एमएलए चुनाव हो, चाहे एमपी के चुनाव हो। लेकिन टिकट देना ये पार्टी के शीर्ष नेतृत्व का अधिकार क्षेत्र है, और अगर पार्टी जिस भी कैंडीडेट के हक दे विच कमल फड़ाएगी, भारतीय जनता पार्टी का एक एक कार्यकर्ता रोपड़ जिले आनंदपुर साहब कॉन्स्टिट्यूएंसी का हरेक कार्यकर्ता ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਏਗਾ ਔਰ ਤਨ ਮਨ ਧਨ ਨਾਲ ਉਹਦੀ ਮਦਦ ਕਰੇਗਾ ਔਰ ਪਾਰਟੀ ਨੂੰ ਜਿਤਾ ਕੇ ਉਸੇ ਪਾਰਟੀ ਦੀ ਝੋਲੀ ਚ ਪਾਏਗਾ।